संजीव मल्होत्रा ने फ़ोन करके बुलाया मैंने। और देखिए जहाँ पर चलते चलते हम पहुँचे हैं, जहाँ पर जो डिस्ट्रिक्ट कोर्ट लुधियाना है, जहाँ पर जब कभी काम क्रोध लोभ मोह बढ़ जाते हैं आदमी में, उसी से झगड़े होते हैं। झगड़ा करने के बाद लोग पुलिस थाने जाते हैं, उसके बाद फिर कोर्ट में आते हैं। कोर्ट में बड़े बड़े वकील होते हैं, बड़ी बड़ी सलाह देते हैं, फिर वो यहीं का रह जाता है। तो जहाँ पर भी हमारे प्रॉब्लम चल रही है कि जहाँ पर जो कोर्ट की मेंबरशिप होती है ना 1200 रुपये, जो अब की बार जो हमारी मैनेजमेंट कमेटी बनी है, एग्जीक्यूटिव कमेटी बनी है, उन्होंने डिसाइड किया कि अब की बार बढ़ा दो 600 से 1200 रुपये। सर 600 से 1200 हो गए। तो बिल्कुल सही है, ये कहते हैं सही है, लेकिन एक आदमी कहता है कि मैंने बच्चे को अखबार पढ़ते थे, मैंने अखबार हटा दिया। कहते अखबार नहीं अखबार कहते मैंने हटा दिया क्योंकि मेरे पास नहीं थे 100 रुपये देने के लिए। कई वकील ऐसे भी हैं जिनके पास अखबार खरीदने के लिए पैसे नहीं हैं। अखबार खरीदने के लिए पैसे भी नहीं होते। हर किसी की इकोनॉमिकल, हर किसी का अपना अपना जाने के हिसाब को होता है। अच्छा, आप कहते हैं कि वकील के पास बहुत पैसे होते हैं, वकील को इनकम अच्छी होती है, सभी वकील को इनकम अच्छी होती है। अभी मैं जिम्मी को बुलाता हूँ, मैं अपने दोस्त को बुलाता हूँ, वो बताएगा कि कितनी इनकम होती है। लेकिन आप वकीलों का जो पर्दा है उसको रहने दो भाई साहब। अच्छा तुसां की सोचा है बारे जरा सीगा भी जेडे 1200 रुपये कितने है मैं किसने किया वा आज भाई साहब तू क्या कह रहे थे कितने साल बाद हुई है? ਇਹ ਮੇਰੇ ਹਿਸਾਬ ਨਾਲ ਜੀ ਬਹੁਤ ਸਾਲਾਂ ਬਾਅਦ ਹੀ ਹੋਈ ਹੋਣੀ। 2000 ਤੋਂ ਪਹਿਲਾਂ ਜੋ ਲਾਸਟ ਜਿਹੜਾ ਇਹਨਾਂ ਨੇ ਜਰਨਲ ਹਾਊਸ ਕਾਲ ਕੀਤਾ ਜੀ, ਪਹਿਲੀ ਗੱਲ ਤਾਂ 10 ਸਾਲਾਂ 'ਚ ਮੈਂ ਜਰਨਲ ਹਾਊਸ ਨਹੀਂ ਦੇਖਿਆ ਜੀ। ਹਾਂ, ਪਹਿਲੀ ਗੱਲ ਜਿਹੜੀ ਫੀਸ ਵਧਾਈ ਹੈ ਉਹ ਮੁੱਦਾ ਬਾਅਦ ਦੀ ਗੱਲ ਹੈ ਸਰ। ਪਹਿਲਾਂ ਤਾਂ ਡਿਸਪਲਿਨ ਕਿਹਾ, ਬਾਰ ਦੇ ਵਿੱਚ ਕਦੇ ਡਿਸਪਲਿਨ ਕ੍ਰੀਏਟ ਹੋਇਆ ਜੀ? ਜਰਨਲ ਹਾਊਸ ਕਾਲ ਦੇ ਵਿੱਚ ਜਦੋਂ ਤੁਸੀਂ ਕੋਈ ਏਜੰਡਾ, ਇਹਨਾਂ ਨੇ ਪ੍ਰੀ ਨੋਟਿਸ ਦਿੱਤਾ ਵਾ ਕਿ ਇਸ ਤਰੀਕ ਨੂੰ ਜਰਨਲ ਹਾਊਸ ਕਾਲ ਕਰਨਾ। ਹਰ ਮੈਂਬਰ ਦੀ ਜ਼ਿੰਮੇਵਾਰੀ ਹੈ ਜਰਨਲ ਹਾਊਸ ਵਿੱਚ ਅਟੈਂਡ। ਇੱਕ ਮਿੰਟ ਖੇਰੀਪਾਲ ਜੀ ਸੁਣ ਲਓ। ਹਰ ਮੈਂਬਰ ਦੀ ਜ਼ਿੰਮੇਵਾਰੀ ਹੈ ਕਿ ਆਪਣਾ ਜਦੋਂ ਏਜੰਡਾ ਇੱਕ ਵਾਰੀ ਜਦੋਂ ਬਾਰ ਨੇ ਕਾਲ ਕਰਤਾ ਕਿ ਜਰਨਲ ਹਾਊਸ ਇਸ ਤਰੀਕ ਨੂੰ ਹੋਣ ਲੱਗਾ ਜੀ, ਤੇ ਉਹਨਾਂ ਨੂੰ ਮੌਜੂਦ ਹੋਣਾ ਚਾਹੀਦਾ। ਪਹਿਲੀ ਗੱਲ ਉਹਨਾਂ ਦੇ ਕੋਈ ਗ੍ਰੀਵੀਐਂਸਸ ਹੈਗੇ ਆ, ਕੋਈ ਸੁਜੈਸ਼ਨਸ ਹੈਗੀਆਂ, ਦੇ ਸ਼ੁੱਡ ਡਿਲੀਵਰਡ। ਸੁਣ ਲਓ ਸਰ, ਇੱਕ ਮਿੰਟ ਤੁਹਾਡੀ ਸਰ, ਇੱਕ ਮਿੰਟ ਸੁਣ ਤਾਂ ਸੋ। ਦੇਖੋ ਜੀ ਕੋਈ ਗੱਲ ਤੁਸੀਂ ਨਾਲ ਆ ਜਾਓ। ਤੁਸੀਂ ਇਹ ਕਹਿੰਦੇ ਜੀ ਆਪਣਾ ਜਿਹੜਾ ਸੀ 600 ਤੋਂ 1200 ਰੁਪਏ ਹੋਏ ਨੇ, ਉਹ ਕਹਿੰਦੇ ਸੀ ਥੋੜ੍ਹੇ ਥੋੜ੍ਹੇ ਕਰਕੇ ਵਧਾ ਲੈਂਦੇ ਤੁਸੀਂ। ਕਹਿੰਦੇ ਸੀ ਚਲੋ ਤੁਸੀਂ ਵਕਾਲਤਨਾਮਾ ਦਾ ਰੇਟ ਵਧਾਤਾ 200 ਕਰ ਦਿਓ, ਜਦੋਂ ਕੰਮ ਆਊਗਾ ਇੱਕ ਕਚਹਿਰੀ ਨੂੰ 200 ਮਿਲਦੇ ਆ ਤਾਂ ਵੱਧ ਹੀ ਆ। ਜਦ ਵਕੀਲਾਂ ਦੀ ਫੀਸ ਵੱਧ ਗਈ ਆ 500 ਤੋਂ 50,000 ਹੋ ਗਈ ਆ, ਤੇ ਵਕਾਲਤਨਾਮਾ ਵੀ 50 ਤੋਂ 500 ਹੋ ਜਾਊਗਾ, ਫਰਕ ਨਹੀਂ ਪੈਣ ਡਿਆ। 100 ਰੁਪਏ ਹੋਇਆ ਸਰ, 100 ਰੁਪਏ ਸਰ 100 ਰੁਪਏ ਸੁਣੋ। ਇੱਥੇ ਢਾਂਡਾ ਸਾਹਿਬ ਨੇ ਕਿਹਾ ਸੀ ਕਿ ਵਕਾਲਤਨਾਮਾ ਉਹਨਾਂ ਨੇ ਇੱਕ ਇਨੀਸ਼ੀਏਟਿਵ ਲਿੱਤੇ, ਬੜੀ ਚੰਗੀ, ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਸਾਡੇ ਕੋਲ ਇੱਥੇ ਅੱਛੇ ਸੂਝਵਾਨ ਜਿਹੜੇ ਲੀਡਰਸ ਹੈਗੇ ਆ ਜੀ। ਬਟ ਉਹ ਇੰਨੇ ਸਾਲਾਂ ਦਾ ਕਿ ਜੇ ਅਮਾਊਂਟ ਥੋੜ੍ਹੀ ਜਿਹੀ ਵਧਾਤੀ 70 ਤੋਂ 100 ਰੁਪਏ, ਮੇਰੇ ਹਿਸਾਬ ਨਾਲ ਬੜੀ ਮਨਿਊਰਡ ਜੀ ਅਮਾਊਂਟ ਹੈ ਜੀ। ਦੇਖੋ ਬਾਰ ਦੇ ਵਿੱਚ ਇੱਕ ਹੋਰ ਦੂਜੀ ਗੱਲ ਹੈ ਜੀ, ਜਦੋਂ ਬਾਹਰ ਸਾਡੀ ਪੁਰਾਣੀ ਕਚਹਿਰੀਆਂ ਸੀਗੀਆਂ, ਪੁਰਾਣੇ ਕੰਪਲੈਕਸ ਉਹਦੇ ਪੁਰਾਣੀ ਕਚਹਿਰੀਆਂ ਵੱਲ ਸੀਗੀਆਂ, ਤਾਂ ਜਦੋਂ ਨਵੀਂ ਇੱਧਰ ਆਈਆਂ ਉਸ ਤੋਂ ਬਾਅਦ ਦੀ ਜਿਹੜੀ ਮੈਂਬਰ ਹੈ ਉਹ ਵੱਧ ਗਿਆ ਸਰ। ਅੱਜ ਦੀ ਰੇਟ ਦੇ ਵਿੱਚ ਜੇ ਤੁਸੀਂ ਸਾਡੀ ਡਾਇਰੈਕਟਰੀ ਦੇਖੋਗੇ ਸਹੀ ਆ 1200 ਸਰ 100 ਰੁਪਏ ਮਹੀਨਾ ਜਿਹੜਾ ਵਾ ਸਾਡੇ ਸਾਨੂੰ ਵਕੀਲ ਸਾਹਿਬ ਨੂੰ ਐਵਰੀ ਪਰਸਨ ਹੈਜ਼, ਦੇਖੋ ਰਾਈਟ ਉਹਨਾਂ ਨੂੰ ਪਲੱਸ ਮਾਈਨਸ ਸੋਚਣ ਦਾ, ਆਪਣੀ ਜਵਾਬਦੇਹੀ ਦੇਣ ਦਾ। ਲੇਕਿਨ ਕੀ ਹੈ ਜੀ 100 ਰੁਪਏ ਮੇਰੇ ਹਿਸਾਬ ਨਾਲ ਪਰ ਮੰਥ ਜ਼ਿਆਦਾ ਨਹੀਂ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ? ਕਹਿੰਦੇ 100 ਰੁਪਏ ਹਰ ਮਹੀਨੇ। ਮੈਂ ਕਿਹਾ ਕਈ ਬੱਚੇ ਇੱਦਾਂ ਦੇ ਨੇ, ਕਈ ਫੈਮਿਲੀ ਇੱਦਾਂ ਦੇ, ਕਈ ਵਕੀਲ ਇੱਦਾਂ ਦੇ ਜਿਹੜੇ ਅਖਬਾਰ ਬੰਦ ਕਰਾ ਦੇ, ਕਹਿੰਦੇ ਖਰਚਾ ਪੈਂਦਾ ਹੈਗਾ ਵਾ, ਕਈ ਕਨੈਕਸ਼ਨ ਕਟਾ ਦਿੰਦੇ, ਕਈ ਵਾਰ ਕਹਿੰਦੇ ਯਾਰ 200 ਰੁਪਏ ਵੀ ਨਹੀਂ ਦਿੱਤੇ ਜਾਂਦੇ ਸਾਡੇ ਕੋਲੋਂ ਕਈ ਵਕੀਲਾਂ ਦੇ ਲਈ ਜਿਹਦਾ ਕੰਮ ਕਾਰੋਬਾਰ ਚੱਲਦਾ। ਜੇ ਤੁਸੀਂ ਫੇਰ ਕੁਝ ਕਹਿਣਾ ਚਾਹੁੰਦੇ? ਹਾਂ ਥੋੜਾ ਮੈਂ ਦੇਖੋ ਤੁਸੀਂ ਕਨੈਕਸ਼ਨ ਦੀ ਗੱਲ ਕੀਤੀ। ਇੱਥੇ ਸਰ ਜਿਹੜੀ ਬਾਰ ਹੈ 3500 ਪਲੱਸ ਐਨਰੋਲਡ ਵਕੀਲ ਹੈ ਜੀ, ਔਰ ਫੁੱਟਫਾਲ ਡੇਲੀ ਦਾ ਮੇਰੇ ਖਿਆਲ ਨਾਲ 2000 ਪਲੱਸ ਐਡਵੋਕੇਟਸ ਆਉਂਦੇ ਆ ਜੀ। ਉਸ ਤੋਂ ਬਾਅਦ ਜਿਹੜੀ ਮੇਨਟੇਨੈਂਸ ਹੈ ਜਿਹੜੀ ਬਾਰ ਦੀ, ਵਾਸ਼ਰੂਮਸ ਹੈ, ਪਾਰਕਿੰਗ ਹੈ, ਇੰਨੀਆਂ ਚੀਜ਼ਾਂ ਦੀ ਹੁਣ ਤਾਂ ਸਰ ਕਿੱਥੋਂ ਆਊਗਾ? ਦੇਖੋ ਇੱਕ ਮੋਬਾਈਲ ਪੈਸੇ ਪਾਉਣੇ ਹੁੰਦੇ ਨਾ, ਬੰਦਾ ਪਹਿਲੇ ਪੈਕੇਜ ਖੋਲਦਾ ਵਾ, ਆ ਕਿੰਨੇ ਦਾ 300 ਰੁਪਏ ਦਾ, 250 ਰੁਪਏ, 200 ਘੱਟ ਤੋਂ ਘੱਟ ਦੇਖਦਾ ਬੰਦਾ। ਇਕਨੋਮਿਕਲ ਫੰਡ ਕਿੱਥੋਂ ਆਏਗਾ ਜੀ? ਮੇਨਟੇਨੈਂਸ ਦੀ ਫੰਡ ਕਿੱਥੋਂ ਹੋ ਗਿਆ ਇੱਥੇ ਜੀ? ਹਰ ਵਾਰੀ ਜਦੋਂ ਇਲੈਕਸ਼ਨ ਹੁੰਦੇ ਮੁੱਦੇ ਹੁੰਦੇ ਜੀ ਸਫਾਈ ਦਾ, ਪਾਰਕਿੰਗ ਦਾ, ਜਦੋਂ ਤੁਹਾਡੀ ਸਰਕਾਰ ਕੋਲ ਫੰਡ ਹੀ ਨਹੀਂ ਹੈ, ਉਹਨਾਂ ਡਿਵੈਲਪਮੈਂਟ ਕਿੱਥੋਂ ਕਰਨੀ ਹੈ ਜੀ? ਆ ਇੱਕ ਹੋਰ ਸ਼ੇਰੀਵਾਲ ਜੀ, ਤੁਸੀਂ ਅੰਦਰ ਜਾ ਕੇ ਦੇਖੋ ਜੀ, ਲਾਇਬ੍ਰੇਰੀ ਇੰਨੇ ਸਾਲਾਂ ਦੇ ਵਿੱਚ ਅਸੀਂ ਜੀ ਨੁਹਾਰ ਨਹੀਂ ਦੇਖੀ ਸੀ ਕਿ ਲਾਇਬ੍ਰੇਰੀ ਇੱਕ ਲੱਗੇ ਕਿ ਲਾਇਬ੍ਰੇਰੀ ਹੈ। ਇਹ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਸਭ ਤੋਂ ਵੱਡੀ ਬਾਰ ਹੈ ਜੀ ਨਾਰਥ ਇੰਡੀਆ ਦੀ। ਕਹਿੰਦੇ ਸਾਰੇ ਇੱਥੇ ਆ ਕੇ ਸਪੀਚ ਦਿੰਦੇ ਆ ਜੀ, ਬੜਾ ਅੱਛਾ ਲੱਗਦਾ। ਬਟ ਅੱਜ ਤੱਕ 10 ਸਾਲਾਂ 'ਚ ਮੈਂ ਕਿਸੇ ਵੀ ਲੀਡਰ ਨੂੰ ਇਹ ਨਹੀਂ ਦੇਖਿਆ ਉਹਨੇ ਇੱਕ ਨਵੀਂ ਇੱਟ ਲਾਈ ਹੋਵੇ ਜੀ। ਸਾਨੂੰ ਲੱਗੇ ਕਿ ਹਾਂ ਵੀ ਇੱਥੇ ਡਿਵੈਲਪਮੈਂਟ ਹੋਈ ਹੈ। ਐਟਲੀਸਟ ਸਰ ਜਾ ਕੇ ਯੂ ਕੈਨ ਗੋ ਦੇਅਰ, हैव द लुक, पता लगो अंदर कि हाँ भी वाकई कोई चीज़ डिसिप्लिन वर्गी चीज़ बनती पई है। सर देखो जो डेवलपमेंट होती है ना, तो कुछ लोग मैं कहना डेवलपमेंट बहुत अच्छी हो गई है, बहुत अच्छी हो गई। तुम कुछ कहना चाहते हो? तुम कुछ कहना चाहते हो बारे? पहले सब्सक्रिप्शन 600 रुपए सी,
ਹੁਣ 1200 ਕਰਤੀ, 1200 ਛੱਡ ਕੇ 12000 ਕਰ ਦੇਣ ਤਾਂ ਵੀ ਦੁੱਖ ਨਹੀਂ ਲੱਗੂਗਾ। ਅਗਰ ਉਸ ਦੇ ਬਦਲੇ ਵਕੀਲ ਨੂੰ ਰਿਟਰਨ ਆਵੇ, ਹੁਣ ਕੈਨੇਡਾ ਆਸਟ੍ਰੇਲੀਆ ਬੰਦੇ ਜਾਂਦੇ ਆ ਇੱਥੋਂ ਦੀ, ਉੱਥੇ ਟੈਕਸ ਪੇ ਕਰਕੇ ਆਉਂਦੇ ਆ ਸਪੈਸ਼ਲੀ ਕਿ ਅਸੀਂ ਟੈਕਸ ਪੇ ਕਰਨ ਤੋਂ ਖੁੱਜ ਨਾ ਜਾਈਏ, ਔਰ ਇੰਡੀਆ 'ਚ ਅਵੋਇਡ ਕਰਦੇ ਆ। ਅਗਰ ਤੁਹਾਨੂੰ ਤੁਹਾਡੇ ਪੈਸੇ ਦੀ ਪੋਜ਼ਿਟਿਵ ਸਾਈਨ ਕੋਈ ਆਏਗਾ, ਪੋਜ਼ਿਟਿਵ ਰਿਟਰਨ ਆਏਗੀ, ਉਹਦੇ ਐਵਜ ਤੁਹਾਨੂੰ ਕੁਝ ਮਿਲੇਗਾ, ਤੇ 1200 ਦੀ ਬਜਾਏ ਇਹ 12000 ਵੀ ਕਰ ਦੇਣ, ਵਕੀਲ ਭੱਜ ਕੇ ਦੇਣਗੇ ਅਗਰ ਵਿਦ ਕੰਡੀਸ਼ਨ ਹੋਵੇ ਕਿ ਇਹਦੇ ਬਦਲੇ ਤੁਹਾਨੂੰ ਦੇਵਾਂਗੇ। ਔਰ 600 ਵੀ ਲੈ ਕੇ ਅਗਰ 600 ਦੇ ਬਦਲੇ ਕੁਝ ਵੀ ਨਾ ਦੇਣ, ਫਿਰ ਉਹ 1 ਰੁਪਈਆ ਦੇਣਾ ਵੀ ਦੁਖਦਾ। ਕੋਈ ਬੰਦਾ ਆਪਦੀ ਜੇਬ 'ਚ 1 ਰੁਪਇਆ ਵੀ ਵਲੰਟਰੀ ਨਹੀਂ ਕੱਢੇਗਾ ਅਗਰ ਉਹਨੂੰ ਪਤਾ ਹੋਵੇ ਇਹਦੀ ਐਵਜ 'ਚ ਰਿਟਰਨ ਮੈਨੂੰ ਕੁਝ ਨਹੀਂ ਆਣੀ ਜਾਂ ਨੈਗੇਟਿਵ ਜਾਣਾ। ਔਰ ਅਗਰ ਪੋਜ਼ਿਟਿਵ ਜਾਣਾ ਤਾਂ ਉਹਦੇ ਲੱਖਾਂ ਰੁਪਈਆ ਲੋਕ ਇਨਵੈਸਟ ਕਰਦੇ ਆ, ਟੈਕਸ ਵੀ ਪੇ ਕਰਦੇ ਜੇ ਉਹਨੂੰ ਪਤਾ ਉਹਦੇ ਐਵਜ 'ਚ ਰਿਟਰਨ ਆਣੀ ਹੈ। ਹੁਣ ਪਿੱਛੇ ਹਾਲਤ ਕੀ ਸੀਗੀ, ਇੱਥੋਂ ਦੀ ਇੰਨੀ ਐਂਬੈਜਲਮੈਂਟ ਇਸ ਬਾਰ ਦੀ ਹੈ, ਇੰਨਾ ਕੁ ਪੈਸਾ ਐਗਜੈਕਟਿਵਾਂ ਖਾ ਗਈਆਂ, ਔਰ ਹਿਸਾਬ ਜਦੋਂ ਮੰਗੋ ਤੇ ਟੁੱਟ ਕੇ ਸੂਈ ਕੁੱਤੀ ਵਾਂਗੂ ਪੈਂਦੇ ਆ। ਕਿਉਂ? ਹਿਸਾਬ ਦੇਣਾ ਵਕੀਲਾਂ ਦਾ ਪੈਸਾ ਹੈ, ਵਕੀਲਾਂ ਨੂੰ ਹਿਸਾਬ ਦੇਣ ਤੁਹਾਨੂੰ ਕੀ ਦਿੱਕਤ ਹੈ? ਉਹਦੇ ਮਾਂ ਮਰ ਜਾਂਦੀ ਉਦੋਂ ਉਸ ਵੇਲੇ। ਜੇ ਤੁਸੀਂ ਸਹੀ ਕੰਮ ਕਰੋ, ਹੁਣ ਕਰ ਰਹੀ ਹੈ ਇਸ ਟਾਈਮ ਐਗਜੈਕਟਿਵ ਕਰ ਰਹੀ ਹੈ, ਅੱਛਾ ਕੰਮ ਕਰ ਰਹੀ ਹੈ, ਪੈਸੇ ਦੇਣ ਸਾਨੂੰ ਕੋਈ ਦੁੱਖ ਨਹੀਂ। ਅਗਰ ਬਦਲੇ 'ਚ ਪੈਸਾ ਆਵੇ, ਹੁਣ ਅੱਗੇ ਤੋਂ ਕਸਟਮ ਕੀ ਬਣ ਜਾਣਾ ਹੈ, ਰਵਾਇਤ ਕੀ ਬਣ ਜਾਣੀ ਹੈ? ਹਰੇਕ ਵਾਰੀ ਤਾਂ 1200 ਫਿਕਸ ਹੋ ਗਿਆ, ਅਗਲਿਆਂ ਨੇ ਕੰਮ, ਅਗਲੀਆਂ ਟਰਮਸ ਜੋ ਆਉਣਗੀਆਂ, ਅਗਲੇ ਐਗਜੈਕਟਿਵਸ ਆਉਣਗੇ, ਕੰਮ ਕਰੇ ਨਾ ਕਰੇ 1200 ਲੈ ਲੈਣਾ। ਉਦੋਂ ਇਹ ਹੁਣ ਨਹੀਂ ਦੁਖੇਗਾ, ਇਹ ਉਦੋਂ ਦੁਖੇਗਾ। ਕਹਿਣ ਦਾ ਮਤਲਬ ਹੈ ਜਿਹੜੀ ਹੁਣ ਦੀ ਮੈਨੇਜਮੈਂਟ ਕਮੇਟੀ ਆ ਕਹਿੰਦੇ ਹੁਣ ਸਾਨੂੰ ਕੋਈ ਦੁੱਖਦਾ ਨਹੀਂ ਹੈ, ਅਗਲੀ ਵਾਰ ਉਸ ਤੋਂ ਅਗਲੀ ਵਾਰ ਉਸ ਤੋਂ ਅਗਲੀ ਵਾਰ ਕੋਈ ਬੰਦੇ ਹੋਰ ਆਣਗੇ, ਉਹ ਬੰਦੇ ਫਿਰ ਉਹੀ ਐਂਬੈਜਲਮੈਂਟ ਫਿਰ ਦੁਖੂਗਾ। ਇਸ ਟਾਈਮ ਜਿਹੜੀ ਕਰ ਰਹੇ ਨੇ ਵਰਮਾ ਜੋ ਹੈਗੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ, ਸਾਨੂੰ ਕੋਈ ਦੁਖਦਾ ਨਹੀਂ 1200 ਦੇਣਾ, ਲੇਕਿਨ ਜੋ ਅੱਗੇ ਕੰਮ ਹੋਣਾ ਨਹੀਂ 1200 ਉਹ ਰਿਟਰਨ ਹੋਣੀ ਨਹੀਂ। ਮੈਂ ਕਹੂੰਗਾ ਅੰਦਰ ਆਓ ਸ਼੍ਰੀਪਾਲ, ਤੁਹਾਨੂੰ ਦਿਖਾਣਾ ਦੇਖੋ ਹੁਣ ਸਾਰੇ ਐਪਰੀਸ਼ੀਏਟ ਕਰ ਰਹੇ ਆ, ਕਹਿੰਦੇ ਇਹ ਜਿਹੜੀ ਬਾਰ ਕਮੇਟੀ ਆ, ਜਿਹੜੇ ਐਗਜ਼ੈਕਟਿਵ ਮੈਂਬਰ ਨੇ, ਜਿਹੜੇ ਪ੍ਰੈਜ਼ੀਡੈਂਟ ਨੇ, ਕਹਿੰਦੇ ਹੁਣ ਤਾਂ ਅਸੀਂ 1200 ਦੇ ਦਾਂਗੇ, 1800 ਵੀ ਦੇ ਦਾਂਗੇ। ਤੁਸੀਂ ਜਦ ਤੱਕ ਪ੍ਰਧਾਨ ਹੋ ਸਾਨੂੰ ਕੋਈ ਦੁੱਖ ਦੇ ਨਹੀਂ, ਅਗਲੇ ਸਾਲ ਕੋਈ ਹੋਰ ਪ੍ਰਧਾਨ ਆ ਗਿਆ ਉਹ ਸਾਰੇ ਖਾ ਗਿਆ, ਫਿਰ ਕੀ ਹੋਊਗਾ? ਦੇਖੋ ਇਹਨਾਂ ਨੂੰ ਸੱਟ ਪੈ ਗਈ 1200 ਦੀ ਪਰਮਾਨੈਂਟ। ਕੋਈ 1200 ਦੀ ਸੱਟ ਨਹੀਂ ਹੈ ਸ਼੍ਰੀਪਾਲ ਜੀ, ਸਾਰੇ ਮੈਂਬਰ ਜਿਹੜੇ ਹੈਗੇ ਬਹੁਤ ਸਿਆਣੇ ਹੈਗੇ ਨੇ, ਔਰ ਮੈਂ ਕੋਈ ਆਪਣੇ ਆਪ ਨੂੰ ਇਕੱਲਾ ਇਮਾਨਦਾਰ ਨਹੀਂ ਸਮਝਦਾ, ਸਾਡੀ ਬਾਰ 'ਚ ਬਹੁਤ ਸਾਰੇ ਇਮਾਨਦਾਰ ਜਿਹੜੇ ਵਕੀਲ ਹੈਗੇ ਨੇ। ਬਾਕੀ ਜਿੱਥੇ ਤੱਕ ਡਿਵੈਲਪਮੈਂਟ ਦਾ ਸਵਾਲ ਹੈਗਾ ਉਹ ਬਿਲਕੁਲ ਨਹੀਂ ਰੁਕੂਗੀ। ਮੈਂ ਯਕੀਨ ਦਿਵਾਨਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਜਿਹੜੀ ਬਾਰ ਦੀ ਡਿਵੈਲਪਮੈਂਟ ਹੈਗੀ ਹੈ ਉਹ ਕੰਟੀਨਿਊ ਰਹੂਗੀ, ਔਰ ਉਹ 600 ਤੋਂ 1200 ਜਿਹੜਾ ਕੀਤਾ ਹੈਗਾ ਫੈਸਲਾ ਮੈਂ ਇਕੱਲੇ ਨੇ ਨਹੀਂ ਲਿੱਤਾ, ਜਨਰਲ ਹਾਊਸ ਨੇ ਲਿੱਤਾ ਸੀ। ਉਸ ਦਿਨ ਜਨਰਲ ਹਾਊਸ 'ਚ ਇੱਕ ਵੀ ਓਬਜੈਕਸ਼ਨ ਆਇਆ ਹੁੰਦਾ ਤੇ ਅਸੀਂ ਇਹ ਫੈਸਲਾ ਨਹੀਂ, ਉਹਨੂੰ ਬਿਲਕੁਲ ਇੰਪਲੀਮੈਂਟ ਨਹੀਂ ਕਰਨਾ ਸੀ। ਕੋਈ ਗੱਲ ਨਹੀਂ, ਸੈਂਟੀਮੈਂਟਸ ਆਏ ਬਾਰ ਮੈਂਬਰਸ ਨੇ ਕਿਹਾ ਵੀ ਦੁਬਾਰਾ ਜਨਰਲ ਹਾਊਸ ਹੋਣਾ ਚਾਹੀਦਾ ਹੈ, ਸਾਨੂੰ ਸ਼ਾਇਦ ਪੱਖ ਰੱਖਣ ਦਾ ਮੌਕਾ ਨਹੀਂ ਮਿਲਿਆ। ਮੈਂ ਕਿਹਾ ਬਿਲਕੁਲ ਇਹ ਤੁਹਾਡੀ ਹੀ ਬਾਰ ਹੈ ਔਰ ਤੁਹਾਡਾ ਹੀ ਨੁਮਾਇੰਦਾ ਹੈ ਮੈਂ, ਕੋਈ ਦਿੱਕਤ ਨਹੀਂ ਹੈ। ਸੈਕਟਰੀ ਸਾਹਿਬ ਨਾਲ ਗੱਲ ਕੀਤੀ, ਸਾਰੀ ਕਮੇਟੀ ਨਾਲ ਗੱਲ ਕੀਤੀ, ਉਹ ਕਹਿੰਦੇ ਜੇ ਕਿਸੇ ਨੂੰ ਪ੍ਰੋਬਲਮ ਹੈ, ਇਸ ਚੀਜ਼ ਦਾ फ़र्क ਪੈਂਦਾ है, कोई गल नहीं, दोबारा जनरल हाउस हो जाएगा। वो देखिए कहते हैं दोबारा जनरल हाउस, कहते हैं जब मर्जी बुला लो, हम तैयार हैं बैठने के लिए, बात करने के लिए, सिर्फ इसलिए कि हम आपके लिए काम कर रहे हैं, वकीलों के लिए काम कर रहे हैं। जब वकीलों की जो एक एसोसिएशन है, जब वकीलों के ये चुने हुए नुमाइंदे हैं, और क्या कहना चाहते हो तुम? और मैं ਤੁਹਾਨੂੰ ਇੱਕ ਗੱਲ ਕਹਿਣਾ ਚਾਹੂੰਗਾ, ਜਿਹੜੇ ਬਹੁਤ ਹੀ ਇਸ ਗੱਲ ਨੂੰ ਪੋਲੀਟੀਸ਼ੀਅਨਸ ਜਿਹੜੇ ਬਣੇ ਹੋਏ ਨੇ ਬਾਹਰ ਦੇ, ਔਰ ਉਹ ਮਿਸਗਾਈਡ ਕਰ ਰਹੇ ਨੇ। ਮੈਂ ਤਾਂ ਸਿਰਫ ਇੰਨਾ ਕਹੂੰਗਾ ਵੀ ਅੱਜ ਤੁਸੀਂ ਰੋਜ਼ ਚਾਹ ਪੀਂਦੇ ਹੋ, ਤੁਹਾਨੂੰ ਸਵਾਲ ਕਰਦਾ, ਔਰ ਜੇ ਤੁਸੀਂ ਕਚਹਿਰੀ ਆ ਕੇ ਪੀਂਦੇ ਹੋ 10 ਰੁਪਏ ਤੋਂ ਘੱਟ ਤਾਂ ਕੱਪ ਸ਼ਾਇਦ ਨਹੀਂ ਪੈਂਦਾ ਹੋਏਗਾ, ਤੇ ਅਸੀਂ ਤਾਂ 1 ਰੁਪਏ 60 ਪੈਸੇ ਹੀ ਵਧਾਏ ਆ। ਉਹਦੇ 'ਚ ਸ਼ਾਇਦ ਕਿਸੇ ਨੂੰ ਰੋਜ਼ ਦਾ ਕਿਸੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ। 365 ਦੇ ਹਿਸਾਬ ਨਾਲ 1 ਰੁਪਏ 60 ਪੈਸੇ ਵਧਾਇਆ ਤੁਹਾਡੇ, ਜੇ ਉਹਦੇ 'ਚ ਮੇਰੇ ਹਿਸਾਬ ਨਾਲ ਕਿਸੇ ਨੂੰ ਤਕਲੀਫ ਨਹੀਂ ਹੈ, ਸਿਰਫ ਪੋਲੀਟੀਸ਼ੀਅਨਸ ਨੂੰ ਹੈ। ਹਾਂ, ਉਹਨਾਂ ਦੇ ਪੋਲੀਟੀਕਲ ਏਜੰਡੇ ਖਤਮ ਹੁੰਦੇ ਨੇ, ਕੰਮ ਹੋਣਗੇ, ਉਹਨਾਂ ਦੇ ਪੋਲੀਟੀਕਲ ਕੈਰੀਅਰ ਖਤਮ ਹੁੰਦੇ ਨੇ ਬਾਹਰ ਦੇ ਵਿੱਚ, ਉਹਨਾਂ ਨੂੰ ਲੱਗ ਰਿਹਾ ਵੀ ਸਾਡੀ ਸ਼ਾਇਦ ਸੱਤਾ ਹੀ ਦੁਬਾਰਾ ਨਾ ਆ ਪਾਏ, ਇਸ ਕਰਕੇ ਉਹ ਰਿਊਮਰ ਉਠਾ ਰਹੇ ਨੇ ਔਰ ਇੱਦਾਂ ਦੇ ਕੰਮ ਕਰਵਾ ਰਹੇ ਨੇ। ਆਪਣੇ ਜਿਹੜੇ ਹੈਗੇ ਨੇ ਸਾਇਲੈਂਟ, ਜਿਹੜੇ ਕਹਿ ਲਓ ਸਲੀਪਰ ਸੈਲਸ ਜਿਹੜੇ ਬਾਰ 'ਚ ਉਹਨਾਂ ਦੇ ਬਣੇ ਹੋਏ ਨੇ, ਉਹ ਇੱਦਾਂ ਦੀਆਂ ਗੱਲਾਂ ਕਰ ਰਹੇ ਹੈਗੇ ਨੇ। ਔਰ ਮੈਂ ਸਾਰੇ ਬਾਰ ਮੈਂਬਰਸ ਨੂੰ ਤੁਹਾਡੇ ਚੈਨਲ ਮਾਰੇ ਦੇ ਕਹੂੰਗਾ ਕਿ ਇੱਦਾਂ ਦੇ ਸਲੀਪਰ ਸੈਲਸ ਦੀ ਗੱਲਾਂ ਜਾਣ ਦੀ ਲੋੜ ਨਹੀਂ ਹੈਗੀ ਹੈ। ਉਹਨਾਂ ਦੇ ਆਪਣੇ ਪੋਲੀਟੀਕਲ ਫਾਇਦੇ ਹੈਗੇ ਨੇ। ਮੈਂ ਉਹਨਾਂ ਨੂੰ ਵੀ ਬੁਲਾ ਲਿਆ ਹੈਗਾ ਵੀ ਜੇ ਤੁਹਾਨੂੰ ਕੋਈ ਇਤਰਾਜ਼ ਹੈਗਾ ਆਓ ਦੱਸੋ, ਅਸੀਂ ਤਾਂ ਸਾਡਾ ਤਾਂ ਨੰਗਾ ਚਿੱਟਾ ਹਿਸਾਬ ਹੈਗਾ, ਆਹ ਬਾਹਰ ਦੇ ਪੈਸੇ ਹੈਗੇ ਨੇ, ਆਹ ਹੈਗਾ ਇੱਧਰ, ਆਹ ਆਮਦਨੀ, ਆਹ ਖਰਚਾ ਹੈਗਾ, ਸਾਰਾ ਸ਼ਰੇਆਮ ਪਿਆ।
ਅੱਜ ਵੀ ਤੁਸੀਂ ਖੋਲੋ ਇੱਕ ਤੁਹਾਡੀ ਹੋਰ ਜਿਹੜੀ ਇਹਨਾਂ ਨੇ ਆਬਜੈਕਸ਼ਨ ਲਗਾਈ ਹੈ, ਚੇਤਨ ਜੀ ਕਹਿੰਦੇ ਸੀ ਆਪਣਾ ਬਣਾ ਲਿਆ ਦਫ਼ਤਰ, ਸਪੈਸ਼ਲ ਦਫ਼ਤਰ ਬਣਾ ਲਿਆ ਹੈਗਾ, ਕਹਿੰਦੇ ਸੀ ਇੱਕ ਪਾਸੇ ਬਣਾ ਲਿਆ, ਕਹਿੰਦੇ ਟਰਾਂਸਪੇਰੈਂਸੀ ਕਹਿੰਦੇ ਖਤਮ ਹੋ ਗਈ, ਸ਼ੀਸ਼ੇ ਕਹਿੰਦੇ ਚਿੱਟੇ ਜਿਹੇ ਕਰਾ ਲਿਆ ਗਿਆ, ਕਹਿੰਦੇ ਵਕੀਲ ਸਾਹਿਬ ਦਾ ਕਹਿੰਦੇ ਯਾਰ ਤੁਸੀਂ ਸਾਡੇ ਨੁਮਾਇੰਦੇ ਹੋ, ਕਹਿੰਦੇ ਚੁੱਪਚਾਪ ਸਾਹਮਣੇ ਗੱਲ ਕਰੋ ਜਿਹੜੀ ਹੁੰਦੀ ਹੈ ਪਬਲਿਕ 'ਚ ਗੱਲ ਕਰੋ, ਕਹਿੰਦੇ ਲੁੱਕ ਕੇ ਗੱਲ ਕਰਨ ਦੀ ਕੀ ਲੋੜ ਹੈਗੀ ਤੁਹਾਨੂੰ। ਇਹ ਦੱਸੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਤੁਹਾਡੇ ਕੈਬਨ ਦੇ ਵੀ ਸਵਾਲ ਉੱਠੇ ਨੇ ਜਿਹੜੇ ਬਣਾਇਆ ਤੁਸੀਂ ਆਪਣਾ ਤੁਹਾਡੀ ਕਮੇਟੀ ਨੇ ਬਣਾਇਆ ਜਿਹੜਾ। ਦੇਖੋ ਉਹ ਆਬਜੈਕਸ਼ਨ ਸਿਰਫ ਇੱਕ ਆਦਮੀ ਨੇ ਉਠਾਇਆ ਹੈਗਾ। ਉਹ ਜਿਹੜਾ ਦਫ਼ਤਰ ਬਣਾਇਆ ਗਿਆ ਹੈਗਾ, ਦਫ਼ਤਰ ਪ੍ਰਧਾਨ ਦਾ ਬਣਿਆ ਹੈਗਾ, ਚੇਤਨ ਵਰਮਾ ਦਾ ਨਹੀਂ ਬਣਿਆ ਹੈਗਾ। ਔਰ ਜਦੋਂ ਚੇਤਨ ਵਰਮਾ ਆਊਟਗੋਇੰਗ ਹੋਏਗਾ, ਨੈਕਸਟ ਪ੍ਰਧਾਨ ਉੱਥੇ ਬੈਠ ਕੇ ਕੰਮ ਕਰੇਗਾ ਔਰ ਬਾਰ ਮੈਂਬਰਸ ਦੀ ਮੁਸ਼ਕਿਲਾਂ ਸੁਣੂਗਾ। ਮੈਂ ਸਿਰਫ ਦਸੰਬਰ ਤੱਕ ਚੁਣਿਆ ਗਿਆ ਹੈਗਾ, ਉਹ ਸਿਰਫ ਦਸੰਬਰ ਤੱਕ ਮੇਰੇ ਕੋਲ ਆਫਿਸ ਦਾ ਅਧਿਕਾਰ ਹੈਗਾ। ਉਹ ਤਾਂ ਬਣਾਇਆ ਗਿਆ, ਬਾਰ ਮੈਂਬਰਸ ਕਈ ਆਉਂਦੇ ਸੀਗੇ, ਲੇਡੀ ਮੈਂਬਰਸ ਆ ਗਏ, ਨਵੇਂ ਬੱਚੇ ਆ ਗਏ, ਉਹ ਕਹਿੰਦੇ ਵੀ ਅਸੀਂ ਗੱਲ ਕਰਨੀ ਹੈ, ਕਿੱਥੇ ਕਰੀਏ? ਕੀ ਅਸੀਂ ਓਪਨ 'ਚ ਜਾ ਕੇ ਉਹਨਾਂ ਦੇ ਕਈ ਰੋਂਦੇ ਪਿੱਟਦੇ ਆਉਂਦੇ ਨੇ ਬਾਰ ਮੈਂਬਰਸ, ਕਈਆਂ ਨੂੰ ਇੱਦਾਂ ਦੀ ਤਕਲੀਫਾਂ ਨੇ ਜਿਹੜੀ ਪਬਲਿਕਲੀ ਕੋਈ ਨਹੀਂ ਕਰ ਸਕਦਾ, ਮੈਂ ਨਹੀਂ ਕਰ ਸਕਦਾ, ਸੈਕਟਰੀ ਸਾਹਿਬ ਨਹੀਂ ਕਰ ਸਕਦੇ, ਵਾਈਸ ਪ੍ਰਧਾਨ ਨਾਲ ਕਰਨੀ ਹੈ। ਉਹ ਮੇਰਾ ਇਕੱਲਿਆਂ ਦਾ ਆਫਿਸ ਨਹੀਂ, ਸਾਰੇ ਬੈਠੇ ਹੁੰਦੇ ਨੇ, ਉਹ ਸਾਰਿਆਂ ਦੀ ਚੇਅਰ ਹੈ। ਉਹ ਮੈਂ ਸਿਰਫ ਆਪਣੀ ਪਲੇਟ ਲਗਾ ਦਿੱਤੀ, ਉਹ ਕੋਈ ਉਹਦੇ ਤੇ ਜੇ ਕਿਸੇ ਨੂੰ ਆਬਜੈਕਸ਼ਨ ਆ ਉਹ ਤੁਸੀਂ ਸੋਚ ਸਕਦੇ ਹੋ ਪੋਲੀਟੀਕਲ ਹੈ। ਕਹਿਣ ਦਾ ਮਤਲਬ ਇਹ ਹੈ ਕਿ ਉਹ ਜਿਹੜਾ ਆਫਿਸ ਆ ਕਹਿੰਦੇ ਕੋਈ ਪ੍ਰੈਜ਼ੀਡੈਂਟ ਦਾ ਨਹੀਂ ਹੈਗਾ, ਸਾਂਝਾ ਹੀ ਆ। ਜਿੱਦਾਂ ਇੱਕ ਸੀਗਾ ਉਹ ਛੋਟਾ ਪੈਂਦਾ ਸੀਗਾ, ਕਈ ਵਾਰ ਸੈਪਰੇਟ ਗੱਲ ਕਰਨੀ ਹੁੰਦੀ ਸੀ, ਸੈਪਰੇਟ ਰੂਮ ਬਣਾ ਦਿੱਤਾ ਗਿਆ, ਕਹਿੰਦੇ ਕੋਈ ਦੂਜੀ ਗੱਲ ਨਹੀਂ ਹੈਗੀ, ਉਹ ਕੋਈ ਛੋਟਾ ਹੀ ਪੈਂਦਾ ਸੀ ਉੱਧਰ, ਕਈ ਵਾਰ ਉੱਠ ਕੇ ਇੱਕ ਦੂਜੇ ਪਾਸੇ ਗੱਲ ਕਰਨੀ ਹੁੰਦੀ ਸੀ, ਕਹਿੰਦੇ ਇਸ ਤੋਂ ਜ਼ਿਆਦਾ ਕੁਝ ਨਹੀਂ ਹੈਗਾ। ਕਈਆਂ ਦੇ ਵਕੀਲਾਂ ਦੇ ਪਰਸਨਲ ਮਸਲੇ ਹੁੰਦੇ ਹੈਗੇ, ਫੈਮਿਲੀ ਮਸਲੇ ਹੁੰਦੇ, ਕਹਿੰਦੇ ਸਾਰਿਆਂ ਸਾਹਮਣੇ ਤਾਂ ਗੱਲ ਕੀਤੀ ਨਹੀਂ ਜਾ ਸਕਦੀ, ਕਹਿੰਦੇ ਗੱਲ ਤਾਂ ਯਾਰ ਇੱਕ ਪਾਸੇ ਹੋ ਕੇ ਕਰਨੀ ਹੈਗੀ। ਤੁਸੀਂ ਇਹੀ ਕਹਿਣਾ ਮੈਨੂੰ? ਪ੍ਰਧਾਨ ਜੀ ਨੇ ਇੱਕ ਉਹ ਦਫ਼ਤਰ ਘਰੇ ਥੋੜੀ ਲੈ ਜਾਣਾ, ਦਸੰਬਰ ਤੱਕ ਅੱਗੇ ਨੇ। ਅਸੀਂ ਬਿਲਕੁਲ ਜੋ ਕੰਮ ਵਰਮਾ ਜੀ ਦੇ ਵੇਲੇ ਹੋਇਆ ਜਾਂ ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਵੇਲੇ, ਉਦੋਂ ਬਾਹਰ 'ਚ ਕੰਮ ਹੀ ਨਹੀਂ ਕਿਸੇ ਨੇ ਕੀਤਾ। ਬਿਲਕੁਲ ਸਾਨੂੰ ਕਿਸੇ ਵਕੀਲ ਨੂੰ ਪੁੱਛ ਲਓ, ਕੰਮ ਹੀ ਹੁਣ ਹੁੰਦਾ, ਤਾਂ ਹੀ ਤਾਂ ਕਿਸੇ ਨੂੰ ਇਤਰਾਜ਼ ਨਹੀਂ। ਤੇ ਅਗਲਾ ਇਹ ਕਹਿੰਦਾ ਭਾਈ ਹੁਣ ਸਾਨੂੰ ਇਹਨਾਂ ਤੇ ਕੋਈ ਆਬਜੈਕਸ਼ਨ ਨਹੀਂ। ਜਾਣੀ ਕਿ ਕੰਮ ਹੀ ਇਹਨਾਂ ਨੇ ਕੀਤੇ ਹੈਗੇ ਜਿਹੜੇ ਜੋ ਇਹਨੇ ਵਰਮਾ ਸਾਹਿਬ ਪ੍ਰਧਾਨ ਸੀ ਉਦੋਂ ਕੰਮ ਹੋਏ ਨੇ ਜਾਂ ਹੁਣ ਹੋਏ ਨੇ, ਕੰਮ ਦਿਖਦੇ ਨੇ। ਉਹ ਕਹਿੰਦੇ ਨੇ ਹਾਥ ਕੰਗਣ ਕੋ ਆਰਸੀ ਕੇ, ਪੜ੍ਹੇ ਲਿਖੇ ਕੋ ਫਾਰਸੀ ਗਿਆ, ਦਿਖਦਾ ਵਾ। ਪਰ ਜਿਹੜੇ ਆਪੋਜੀਸ਼ਨ ਵਾਲੇ ਨੇ ਦੂਜੀਆਂ ਪਾਰਟੀਆਂ ਉਹ ਭਾਜੀ ਉਹਨਾਂ ਨੇ ਤਾਂ ਪਤਾ ਕੀ ਕਹਿੰਦੇ 4 ਘੰਟੇ ਬੰਦੇ ਇੱਥੇ ਕੰਮ ਕਰਨਗੇ, 8 ਘੰਟੇ ਕੰਮ। ਉਹ ਪੋਲਿਟਿਕਸ ਉਹ ਕੁਛ ਕੁ ਬੰਦੇ ਨੇ, ਉਹ ਬਾਹਰ ਦੇ ਵਿੱਚ ਕੁਛ ਕੁ ਨੇ, ਉਹ ਖਰਾਬ ਹੀ ਕਰਨਾ ਉਹਨਾਂ ਨੇ। ਉਹਨਾਂ ਦਾ ਕੰਮ ਕੁਛ ਨਹੀਂ, ਉਹ ਤਰੱਕੀ ਇਹ ਨਹੀਂ ਚਾਹੁੰਦੇ ਬਾਹਰ ਦਾ ਕੰਮ ਹੋਏ, ਉਹਨਾਂ ਨੇ ਬਸ ਉਂਗਲ ਲਾ ਕੇ ਖਰਾਬ ਹੀ ਕਰਨਾ। ਲਾਣੀ ਆ ਇਹਦੇ 'ਚ ਇੱਕ ਚੀਜ਼ ਹੋਰ ਵੀ ਹੋ ਸਕਦੀ ਹੈ ਕਿ ਜਿਹਦਾ ਡੈਜਿਗਨੇਟਡ ਸੀਨੀਅਰ ਐਡਵੋਕੇਟਸ ਹੁੰਦੇ ਆ, ਇੱਥੇ ਕਈ ਐਡਵੋਕੇਟਸ ਹੋਣਗੇ ਜਿਹੜੇ ਕਿ ਆਪਦੇ ਆਪ ਨਾਲ ਡੈਜਿਗਨੇਟਡ ਸੀਨੀਅਰ ਲਾਉਣਾ ਚਾਹਣਗੇ। ਕੁਝ ਕਲੈਕਸ਼ਨ ਆਪਾਂ ਉਹਨਾਂ ਤੋਂ ਵੀ ਕਰ ਸਕਦੇ ਹਾਂ। ਇੱਕ ਇਹ ਪ੍ਰਪੋਜ਼ਲ ਹੋ ਸਕਦਾ ਹੈ ਕਿ ਜਿਹੜਾ ਸੀਨੀਅਰ ਡੈਜਿਗਨੇਸ਼ਨ ਲੈਣਾ ਚਾਹੁੰਦਾ ਹੈ ਉਹ ਬਾਰ ਨੂੰ ਇੰਨੀ ਐਡੀਸ਼ਨਲ ਫੀਸ ਪੇ ਕਰੇ, ਜਾਂ ਸਾਲਾਂ ਬੱਧੀ ਜਿਵੇਂ ਵੱਧਦਾ ਜਾਂਦਾ ਉਸ ਤਰ੍ਹਾਂ ਉਹਨਾਂ ਦੀ ਸਬਸਕ੍ਰਿਪਸ਼ਨ 'ਚ ਐਡੀਸ਼ਨ ਹੋਵੇ, ਜਾਂ ਉਹਨਾਂ ਦਾ ਜਿਵੇਂ ਕੰਮ ਵੱਧਦਾ ਜਾਂਦਾ ਉਹਦੇ ਹਿਸਾਬ ਨਾਲ ਸਬਸਕ੍ਰਿਪਸ਼ਨ ਐਡੀਸ਼ਨ ਹੋਵੇ। ਦੇਖੋ ਉਸ ਨਾਲ ਕੀ ਹੈ, ਇੱਥੇ ਉਹ ਵਕੀਲ ਵੀ ਹੈ ਜਿਹੜੇ ਰੋਟੀ ਬਹੁਤ ਮੁਸ਼ਕਿਲ ਚਲਾਉਂਦੇ ਆ, ਇੱਥੇ ਉਹ ਵਕੀਲ ਵੀ ਹੈ ਜਿਹੜੇ ਲੱਖਾਂ ਰੁਪਏ ਇਨਕਮ ਟੈਕਸ ਰਿਟਰਨ ਦੇ ਰਹੇ ਆ। ਦੋਵੇਂ ਤਰ੍ਹਾਂ ਦੇ ਹੈ, ਉਹ ਦੋਵਾਂ ਤੇ ਸੇਮ ਫਾਰਮੂਲਾ ਥੋੜ੍ਹਾ ਚੁੱਭਦਾ ਹੈ। ਮੈਨੂੰ 1200 ਰੁਪਏ ਚੁੱਭਦਾ ਹੋ ਸਕਦਾ, ਕਿਸੇ ਵਾਸਤੇ ਉਹ ਕੁਝ ਵੀ ਨਹੀਂ ਹੋ ਸਕਦਾ। ਤੇ ਇਸ ਲਈ ਇਹਦੇ ਤੇ ਵੀ ਇੱਕ ਇਹ ਫਾਰਮੂਲਾ ਵੀ ਹੋ ਸਕਦਾ ਹੈ ਕਿ ਜਿਨ੍ਹਾਂ ਨੂੰ ਨਹੀਂ ਚੁੱਭਦਾ, ਜਿਹੜੇ ਵਲੰਟਰਲੀ ਦੇ ਸਕਦੇ ਆ, ਜਾਂ ਇੱਕ ਉਹਨਾਂ ਦਾ ਵਰਕਿੰਗ ਜਿੰਨੀ ਕੁ ਵਧੀ ਹੈ, ਜਿੰਨਾ ਕੁ ਉਹਨਾਂ ਦਾ ਕੰਮ ਹੈਗਾ, ਉਸ ਹਿਸਾਬ ਨਾਲ ਉਹਦਾ ਸਕੇਲ ਬਣ ਸਕਦਾ ਹੈ। ਕੀ ਬਾਤ ਹੈ ਜੀ, ਠੀਕ ਕਹਿ ਰਹੇ ਜੀ, ਬਿਲਕੁਲ ਠੀਕ ਕਹਿ ਰਹੇ। ਔਰ ਅਸੀਂ ਇਹਨਾਂ ਦੇ ਹੀ ਨੁਮਾਇੰਦੇ ਆ, ਅੱਜ ਮੀਟਿੰਗ ਰੱਖੀ ਹੈ, ਜੋ ਫੈਸਲਾ ਹੋਊਗਾ ਉਹ ਮੀਟਿੰਗ ਦਾ ਫੈਸਲਾ ਮੰਨਿਆ ਜਾਊਗਾ ਸਿਰ मत्थे। क्या हाल है? मैं जब भी मैं आता हूँ गुप्ता जी इधर चले जाते हैं, उधर चले जाते हैं, भाई चले जाओ, हमने बात करनी है, इनसे बात कर लेंगे। तो साथ दसो कामरेड जी, ਉਹ ਦੇਖੋ ਐਡੇ ਐਡੇ ਧੁਰੰਦਰ ਖੜੇ ਨੇ। ਤੁਸੀਂ ਕੀ ਗੱਲ ਹੈ? ਤੁਸੀਂ ਨਹੀਂ ਐਡੇ ਐਡੇ ਧੁਰੰਦਰ ਖੜੇ ਨੇ ਭਾਈ, ਮੈਂ ਨਹੀਂ ਦੱਸਣਾ। ਨਹੀਂ ਤੁਸੀਂ ਬੋਲੋਗੇ ਜਨਾਬ। ਬੋਲ ਦੱਸੋ। ਕਹਿਣ ਦਾ ਮਤਲਬ ਦੇਖੋ, ਮੈਨੂੰ ਥੋੜੇ ਚੁੱਭਦੇ ਹਨ, ਮੇਰੇ ਕੋਲ 1200 ਦੀ ਗੁੰਜਾਇਸ਼ ਨਹੀਂ ਹੈਗੀ, ਤਾਂ ਹੀ ਮੈਂ ਥੋੜਾ ਔਖਾ ਹੈਗਾ ਵਾ। ਕਈ ਵਾਰ ਅਸੀਂ ਵੀ ਇਹਨੂੰ ਗਲਤ ਮੰਨਦੇ ਹਾਂ ਜੀ। ਗੈਸ ਦਾ ਰੇਟ 5 ਰੁਪਏ 7 ਰੁਪਏ ਵੱਧ ਜਾਂਦਾ, ਜੇ ਪੈਟਰੋਲ ਦਾ ਰੇਟ 2-4 ਰੁਪਏ ਵੱਧ ਜਾਂਦਾ ਹੈ, ਆਪਾਂ ਸੜਕਾਂ ਤੇ ਆ ਜਾਂਦੇ ਹਾਂ। ਹਾਂਜੀ ਹੁਣ ਇਕੱਠਾ 100% ਵਧਾ ਦਿੱਤੀ ਸਬਸਕ੍ਰਿਪਸ਼ਨ, ਤੇ ਕਰੋਨਾ ਕਾਲ ਤੋਂ ਬਾਅਦ ਸਪੈਸ਼ਲ ਤੌਰ ਤੇ ਲੋਕਾਂ ਦਾ ਜਦੋਂ ਫਾਈਨੈਂਸ਼ੀਅਲੀ ਲੱਕ ਟੁੱਟਿਆ ਹੋਇਆ, ਤਾਂ ਮੈਂ ਤਾਂ ਜਸਟੀਫਾਈਡ ਨਹੀਂ ਮੰਨਦਾ ਇਸ ਚੀਜ਼ ਨੂੰ। ਬਿਲਕੁਲ ਦੂਜੀ ਥੋੜੇ ਬਦਲਣੇ ਚਾਹੀਦੇ ਹੈਗੇ ਸੀ। ਵਕਾਲਤਨਾਮੇ ਦੀ ਫੀਸ ਜਿੱਥੇ ਯਾਰ ਹੁਣ ਜ਼ਿਆਦਾ ਬੋਲ ਲਓ ਇੱਥੇ ਆ ਕੇ, ਚਲੋ ਪਲੀਜ਼ ਦਖਲਅੰਦਾਜ਼ੀ ਕਰੀ ਜਾਂਦੇ ਹੋ ਫਿਰ ਵਿੱਚ। ਨਹੀਂ ਚਲੋ ਤੁਸੀਂ ਪਹਿਲੇ ਆਪਣੀ ਗੱਲ ਕਰੋ।
ਦੂਜੀ ਆਈ ਵਕਾਲਤਨਾਮੇ ਦੀ ਗੱਲ ਸਰ ਹਾਂਜੀ। 70 ਰੁਪਏ ਦਾ ਵਕਾਲਤਨਾਮਾ ਵੀ ਪਹਿਲਾਂ ਹੀ ਅਸੀਂ ਵੱਧ ਮੰਨਦੇ ਸੀ, ਹੁਣ 100 ਦਾ ਕਰਤਾ। ਹਾਂਜੀ, ਹਾਂਜੀ। ਤੇ ਮੈਨੂੰ ਕੋਈ ਦੱਸੂਗਾ ਕਿ ਉਹ ਲਿਟੀਗੈਂਟਸ ਦੇ ਸਿਰ ਤੇ ਸਾਡੀਆਂ ਇੱਥੇ ਦੁਕਾਨਾਂ ਚੱਲਦੀਆਂ ਨੇ, ਅਸੀਂ ਬੈਠੇ ਹਾਂ, ਕਿਸੇ ਨੇ ਲਿਟੀਗੈਂਟਸ ਦੀ ਚਿੰਤਾ ਕੀਤੀ ਹੈ? ਕੋਈ ਉਹਨਾਂ ਨੂੰ ਪਾਣੀ, ਉਹਨਾਂ ਨੂੰ ਕੁਰਸੀ, ਕੋਈ ਟਾਈਲਾਂ ਟੁੱਟੀਆਂ ਹੋਈਆਂ ਤੇ ਕੁਰਸੀਆਂ ਜਾਂ ਪੌੜੀਆਂ ਦੀਆਂ ਇਹ ਜਿਹੜੇ ਮਾਰਬਲ ਟੁੱਟੇ ਹੋਏ ਨੇ, ਉਹ ਲੋਕ ਡਿੱਗ ਡਿੱਗ ਕੇ ਆਪਣੇ ਚੂਲੇ ਤੋਂ ਲਵਾਈ ਜਾਂਦੇ ਆ, ਉਧਰ ਕਿਉਂ ਨਹੀਂ ਕੋਈ ਧਿਆਨ ਦਿੰਦਾ? ਫਿਰ ਕਹਿਣ ਦਾ ਮਤਲਬ ਇਹ ਹੈ ਬੜਾ ਮਰਸੀਲੈਸਲੀ ਸੀ ਕਹਿੰਦੇ ਲਿਟੀਗੈਂਟ ਨੇ ਪੇ ਕਰਨਾ, ਵੀ ਲਿਟੀਗੈਂਟ ਸਾਡੇ ਦੁਸ਼ਮਣ ਥੋੜੋ ਨੇ, ਸਾਡੇ ਸਮਾਜ ਦੇ ਹਿੱਸਾ ਨੇ ਉਹ। 120 ਦਾ ਦਿੰਦੇ ਨੇ ਪਰ ਜੀ ਤੇ ਜੇ ਉਹ ਨਹੀਂ ਰਹਿਣਗੇ ਅਸੀਂ ਇੱਥੇ ਕੀ ਕਰਾਂਗੇ? ਅਸੀਂ ਬੀਨ ਵਜਾਵਾਂਗੇ? ਕਹਿਣ ਦਾ ਮਤਲਬ ਜਿੰਨੇ ਵੀ ਇੱਥੇ ਕਲਾਇੰਟ ਸਾਡੇ ਆਂਦੇ ਹੈਗੇ, ਜਿੰਨੇ ਵੀ ਇੱਥੇ ਲਿਟੀਗੈਂਟ ਜਿਹੜੇ ਹੈਗੇ ਆ, ਜੋ ਵੀ ਆਂਦਾ ਇੱਥੇ ਬੰਦਾ, ਉਹ ਸਾਡੇ ਜਦੋਂ ਅਸੀਂ ਕਿਸੇ ਹੋਰ ਮਹਿਕਮੇ ਜਾਂਦੇ ਹਾਂ, ਭਾਵੇਂ ਬਿਜਲੀ ਮਹਿਕਮਾ ਹੋਵੇ, ਰੈਵਨਿਊ ਮਹਿਕਮਾ ਹੋਵੇ, ਡੀਸੀ ਦਫ਼ਤਰ ਹੋਵੇ, ਜਦੋਂ ਉੱਥੇ ਸਾਨੂੰ ਛਿੱਲਿਆ ਜਾਂਦਾ ਅਸੀਂ ਬੁਰਾ ਮੰਨਦੇ ਹਾਂ, ਤੇ ਜਦੋਂ ਉਹਨਾਂ ਨੂੰ ਅਸੀਂ ਇੱਥੇ ਛਿੱਲਦੇ ਹਾਂ, ਕੀ ਇਹ ਜਸਟੀਫਾਈਡ ਹੈ? ਇਹਦਾ ਕੋਈ ਜਵਾਬ ਦੇਵੇਗਾ? ਇਹ ਤਾਂ ਗੱਲ ਸਹੀ ਕੀਤੀ ਹੈ। ਤੁਸੀਂ ਕੀ ਕਹਿਣਾ ਚਾਹੁੰਦੇ? ਕੁਝ ਕਹਿਣਾ ਚਾਹੁੰਦੇ ਇਹਦੇ ਬਾਰੇ? ਥੈਂਕ ਯੂ। ਤੁਸੀਂ ਕੁਝ ਕਹਿਣਾ ਚਾਹੁੰਦੇ ਹੈਗੇ ਹੋ? ਮੈਂ ਦੇਖੋ ਜੀ, ਜਿਹੜੀ ਸਰਬਜੀਤ ਜੀ ਨੇ ਗੱਲ ਦੱਸੀ ਹੈ ਨਾ ਤੁਹਾਨੂੰ, ਕਿ ਜਿਹੜੇ ਸੀਨੀਅਰ ਐਡਵੋਕੇਟਸ ਹੈਗੇ ਆ, ਦੋਜ਼ ਹੂ ਵਾਂਟ ਡੈਜ਼ਿਗਨੇਟਡ ਜਿਵੇਂ ਪੋਰਟਫੋਲੀਓ, ਯਾਨੀ ਇਹ ਕਿ ਜਿਹੜੇ ਫੀਸ ਵਧਾਉਣ ਦਾ ਮਸਲਾ ਹੁੰਦਾ ਨਾ, ਇਹ ਬੈਠ ਕੇ ਸੌਰਟ ਆਊਟ ਕੀਤਾ ਜਾਂਦਾ, ਨਾ ਕਿ ਇੱਕਦਮ ਅਪੋਜ਼ ਕਰਕੇ ਦੌੜ ਜਾਓ। ਸ਼੍ਰੀਪਾਲ ਜੀ, ਜਿਸ ਦਿਨ ਮੈਂ ਉਹ ਗੱਲ ਤੁਸੀਂ ਅਧੂਰੀ ਕਰਤੀ, ਮੀਟਿੰਗ ਬੁਲਾਈ ਹੈ ਨਾ, ਸੁਣੋ ਤੁਸੀਂ ਮੇਰੀ ਗੱਲ ਅਧੂਰੀ ਕਰਤੀ। ਜਿਸ ਦਿਨ ਜਨਰਲ ਹਾਊਸ ਕਾਲ ਹੋਇਆ, ਜਦੋਂ ਸਾਰੇ ਰਿਸਪੈਕਟਡ ਮੈਂਬਰ ਆਏ, ਸਾਰਿਆਂ ਨੇ ਆਪਣਾ ਪੱਖ ਰੱਖਿਆ, ਉਸ ਤੋਂ ਬਾਅਦ ਜਦੋਂ ਲਾਸਟ ਵਿੱਚ ਪ੍ਰਧਾਨ ਜੀ ਨੇ ਜਦੋਂ ਆਪਣਾ ਏਜੰਡਾ ਬੋਲਣ ਲਈ ਮਤੇ ਜਦੋਂ ਅਨਾਉਂਸ ਕੀਤੇ, ਉਦੋਂ ਸਾਰੇ ਹੀ ਜਿਹੜੇ ਰਿਸਪੈਕਟਡ ਮੈਂਬਰ ਸੀ ਉਹ ਹਾਲ ਵਕੇਟ ਕਰ ਗਏ। ਇਹ ਬੜਾ ਵੱਡਾ ਸਵਾਲ ਆ ਸਰ, ਇਹ ਛੋਟਾ ਸਵਾਲ ਨਹੀਂ ਹੈ। ਤੁਸੀਂ ਉਸ ਟਾਈਮ ਬੈਠ ਕੇ ਕਿਉਂ ਨਹੀਂ ਮੁੱਦਾ ਰੇਜ਼ ਕੀਤਾ? ਬਾਅਦ 'ਚ ਕਿਉਂ ਤੁਸੀਂ ਰਾਜਨੀਤੀ ਇਸ਼ੂ ਬਣਾਉਂਦੇ ਹੋ? ਸਰ, ਮੈਂ ਤੁਹਾਨੂੰ ਸਿਰਫ ਤੁਹਾਡੇ ਚੈਨਲ ਮਾਧਿਅਮ ਰਾਹੀਂ ਇਹੀ ਦੱਸਣਾ ਚਾਹੁੰਦਾ, ਪਿਛਲੇ 10 ਸਾਲਾਂ ਤੋਂ ਬਾਅਦ ਇੱਥੇ ਕੁਝ ਨਹੀਂ ਹੁੰਦਾ। ਇਹ ਪਾਣੀ 'ਚ ਮਧਾਣੀ ਵੱਜੀ ਜਾਂਦੀ ਹੈ ਜੀ। ਤੁਸੀਂ ਦੇਖੋ, ਵਧਾਇਆ ਨਹੀਂ ਘਟਾਇਆ ਅਲੱਗ ਚੀਜ਼ ਹੈ, ਪਰ ਬਹਿ ਕੇ ਤਾਂ ਪ੍ਰੋਟੈਸਟ ਕਰੋ। ਕਹਿਣ ਦਾ ਮਤਲਬ ਨਹੀਂ, ਉਹ ਮੌਕੇ ਤੇ ਬੈਠ ਕੇ ਤੁਸੀਂ ਲੋਕਾਂ ਨੇ ਉੱਥੇ ਕਿਉਂ ਨਹੀਂ ਕਿਹਾ ਕਿ ਗਲਤ ਹੈ ਜੀ? ਤੁਸੀਂ ਜਦੋਂ ਸਾਰਾ ਖਾਲੀ ਹੋ ਗਿਆ, ਉਸ ਤੋਂ ਬਾਅਦ ਤੁਸੀਂ ਅੱਜ ਇੱਕ ਮੁੱਦਾ ਰੇਜ਼ ਕਰਦੇ ਹੋ। ਇਹ ਬਾਰ ਵਾਸਤੇ ਬਹੁਤ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ ਜੀ। ਯਾਨੀ ਤੁਸੀਂ ਇੱਕ ਬਾਰ ਦੀ ਜਿਹੜੀ ਇੱਕ ਰਿਸਪੈਕਟ ਹੈ, ਬਾਰ ਉਹ ਸਾਰੇ ਤੁਸੀਂ ਵਕੀਲ ਨੂੰ ਪੁੱਛ ਲਓ ਜੀ, ਕਹਿਣਗੇ ਜੀ ਬਾਰ ਇਜ਼ ਸੁਪਰੀਮ। ਬਾਰ ਇਜ਼ ਸੁਪਰੀਮ ਮੀਨਸ ਕਿ ਜੋ ਬਾਰ ਦਾ ਡਿਸੀਜਨ ਸੁਪਰੀਮ ਹੈ ਜੀ, ਤੇ ਅੱਜ ਤੁਸੀਂ ਬਾਰ ਦੇ ਡਿਸੀਜਨ ਹੀ ਦੁਤਕਾਰ ਰਹੇ ਹੋ ਜੀ। ਸਰ, ਇਹ ਗੱਲ ਬਹੁਤ ਵੱਡੀ ਗੱਲ ਹੈ ਜੀ। ਤੁਸੀਂ ਕਾਈਂਡਲੀ ਤੁਹਾਡੇ ਚੈਨਲ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ। ਇਹ ਦੇਖੋ, ਕਹਿ ਰਹੇ ਨੇ ਕਿ ਜਿਹੜੇ ਕਹਿੰਦੇ ਉਸ ਟਾਈਮ ਜਨਰਲ ਮੀਟਿੰਗ ਦੇ ਵਿੱਚ ਅਸੀਂ ਜਿਹੜੇ ਰੇਟ ਵਧਾਤਾ, ਉਸ ਟਾਈਮ ਚੁੱਪ ਕਰਕੇ ਹੌਲੀ ਕਰਕੇ ਸਾਰੇ ਖਿੱਚ ਕੇ ਬਾਹਰ ਨੂੰ, ਜਿਹੜਾ 1200 ਹੋਇਆ ਉਹਦੀ ਗੱਲ ਤੇ ਕਹਿੰਦੇ ਹੁਣ ਰੋਲਾ ਪਾਉਂਦੇ ਪਏ ਆ 1200 ਜ਼ਿਆਦਾ ਨੇ, 1200 ਜ਼ਿਆਦਾ ਨੇ। ਕਹਿੰਦੇ 1200 ਅਸੀਂ ਕਹਿੰਦੇ ਇੱਥੇ ਹੀ ਲਗਾਣੇ ਜਿੰਨੇ ਵੀ ਹੈਗੇ ਪੈਸੇ। ਕੁਝ ਲੋਕ ਕਹਿੰਦੇ ਵੀ ਸਾਨੂੰ ਚੁੱਪ ਗਏ, 100% ਵਧਾਤੇ, ਕਹਿੰਦੇ ਥੋੜ੍ਹੇ ਬਹੁਤੇ ਵਧਾਉਂਦੇ ਸਾਨੂੰ ਪਤਾ ਨਹੀਂ ਲੱਗਦਾ। ਪੈਸੇ ਤਾਂ ਇੱਥੇ ਹੀ ਰਹਿਣੇ ਹੈਗੇ ਆ। ਇਹਨਾਂ ਨੇ ਸਟਾਫ ਵੀ ਬਦਲਤਾ, ਸਾਰੇ ਬੰਦੇ ਬਦਲਤੇ। ਕਹਿੰਦੇ ਟਰਾਂਸਪੇਰੈਂਸੀ ਹੋਊ, ਜਿੰਨੇ ਪੈਸੇ ਆਣਗੇ ਤੁਹਾਨੂੰ ਦਿਖਾਵਾਂਗੇ। ਇਹ ਜਿਹੜੀ ਐਗਜ਼ੀਕਿਊਟਿਵ ਕਮੇਟੀ ਨਵੀਂ ਬਣੀ ਹੈਗੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ? ਸਰ, ਆਓ ਵਿਚਾਰ ਜਿਹੜੇ ਫੀਸ ਵਧੀਆ ਉਹਦੇ ਬਾਰੇ ਵਿਚਾਰ। ਇਹ ਹੈ ਵੀ 1200 ਕਰ ਦਿੱਤੀ 600 ਦੀ ਜਗ੍ਹਾ। ਉਹ ਆਓ ਤਾਂ ਸਹੀ। ਜੇ ਕੀ ਹਾਲ ਹੈ ਜੀ? ਜੇਕਰ ਹਾਂਜੀ, ਤੁਹਾਡੇ ਲਈ ਸਹੀ ਆ? ਬਿਲਕੁਲ ਸਹੀ ਆ। 10 ਸਾਲ ਬਾਅਦ ਇਨਕਰੀਜ਼ ਹੋਇਆ ਵਾ। ਜਿਹੜੇ 50 ਪੈਸੇ ਜਿਹੜਾ ਪੈਟਰੋਲ ਵੱਧਦਾ ਤੇ ਲੋਕੀ ਰੋਲਾ ਪਾਉਣ ਲੱਗ ਜਾਂਦੇ ਹੈਗੇ ਆ। ਜੇ ਗੈਸ ਵੱਧਦਾ 100 ਰੁਪਏ 50 ਰੁਪਏ ਤੇ ਤਾਂ ਲੋਕੀ ਰੋਲਾ ਪਾਉਣ ਲੱਗ ਜਾਂਦੇ ਹੈਗੇ ਆ। ਹਾਂ ਕਰ ਮੱਚ ਜਾਂਦੇ। ਕਹਿੰਦੇ ਇੱਥੇ ਚੁੱਪ ਕਰਕੇ ਕਹਿੰਦੇ ਵਧੀਆ ਹੈਗਾ ਵਾ। ਪਤਾ ਨਹੀਂ ਕਿਸੇ ਨੂੰ ਥੋੜੀ ਪੇ ਕਰਨਾ ਜੀ, ਆਪਣੀ ਵੈਲਫੇਅਰ ਵਾਸਤੇ ਦੇ ਰਹੇ ਸ਼੍ਰੀਪਾਲ ਹਾਂ, ਜੀ, ਸਾਨੂੰ ਹੀ ਵਾਪਸ ਮਿਲਣੇ ਆ, ਤਾਂ ਵਧੇ ਕੋਈ ਨੁਕਸਾਨ ਨਹੀਂ ਆ। ਟਾਈਮ ਲੱਗਣਾ। ਆ ਮੈਂ ਕਹੂੰਗਾ ਕੈਮਰਾਮੈਨ ਨੂੰ ਇਹ ਕਰੋ ਜੀ, ਇੱਥੇ ਪੂਰਾ ਦਾ ਪੂਰਾ ਫੋਕਸ ਕਰੋ। ਇਹ ਡੇਟ ਲਿਖੀ ਹੋਈ ਹੈ ਜੀ, ਠੀਕ ਹੈ ਜੀ। ਥੋੜੇ ਜਿਹੇ ਏਜੰਡੇ ਗੌਰ ਕਰੋ। ਮੈਂ ਤੁਹਾਨੂੰ ਪੜ੍ਹ ਕੇ ਥੋੜਾ ਦਿਖਾਣਾ ਜੀ। ਜਿਹੜੀ ਅੱਜ ਦੀ ਜਿਹੜੀ ਮੀਟਿੰਗ ਕਾਲ ਕੀਤੀ ਗਈ ਆ, ਇਹ ਵੀ ਨੋਟਿਸ ਆ। ਲੰਬੀ ਹੋ ਰਹੀ ਹੈ ਸਾਡੀ ਜਿਹੜੀ ਖਬਰ ਹੈ। ਇਹ ਲਾਸਟ 2 ਮਿੰਟ ਹੀ ਲੈਣੇ ਜੀ ਤੁਹਾਡੇ, ਜ਼ਿਆਦਾ ਲੈਣੇ ਨਹੀਂ। ਪੁਆਇੰਟ ਦੱਸ ਦਿਓ ਜਿਹੜੇ ਦੱਸ ਰਹੇ ਨੇ। ਆ ਦੇਖੋ ਜੀ, ਇਹਨਾਂ ਨੇ ਜਿਹੜੀ 8/5 ਨੂੰ ਨੋਟਿਸ ਆਤਾ। ਤਰੀਕ ਅੱਗੇ ਦੱਸ ਕੀ ਕਹਿੰਦੇ ਪਏ ਨੇ ਇਹ? ਸਰ, ਇਹਨਾਂ ਨੇ ਸਾਰੇ ਦੱਸੇ ਜੀ ਜਿਹੜੀ ਡਿਵੈਲਪਮੈਂਟ ਹੋਣੀ ਹੈ। ਡਿਵੈਲਪਮੈਂਟ ਦੱਸੀ ਇਹਨਾਂ ਨੇ। ਇਹ 11 ਕਾਰਜ ਦੱਸੇ ਜਿਹੜੀ ਡਿਵੈਲਪਮੈਂਟ ਹੋਣੀ ਹੈ। ਉਹ 11 ਕਾਰਜ ਜਿਹੜੇ ਕਰਨੇ ਆ ਬਾਹਰ ਦੀ ਭਲਾਈ ਵਾਸਤੇ, ਜਿਹੜੇ ਐਡਵੋਕੇਟ ਸਾਹਿਬ ਉਹਨਾਂ ਵਾਸਤੇ, ਤੇ ਉਹਨਾਂ ਵਾਸਤੇ ਫੰਡ ਲਈ ਇਹਨਾਂ ਨੇ ਤਾਂ ਦੱਸਿਆ ਕਿ ਫੰਡ ਫਿਰ 1 ਸਾਲ ਲਈ ਤੁਸੀਂ ਨਾ ਬੰਦਿਆਂ ਕੋਲ, ਸਾਰਿਆਂ ਕੋਲੋਂ ਨਾ 1000 ਰੁਪਏ ਲਓ, ਜਿੰਨੇ ਮੈਂਬਰ ਆ 1 ਸਾਲ ਲਈ। ਅਗਲੇ ਸਾਲ ਨੂੰ ਪਤਾ ਨਹੀਂ ਕਿਹੜਾ ਬੰਦਾ ਆਵੇ, ਸਾਰੇ ਖਾ ਜਵੇ। ਬਹੁਤ ਜੀ 1 ਸਾਲ ਲਈ ਲੈ ਲਓ। ਨਹੀਂ ਹਾਂ, ਹਰ ਮੈਂਬਰ ਨੂੰ ਬਈ ਇਸ ਵਾਰ ਅਸੀਂ ਡੋਨੇਸ਼ਨ ਕਰ ਰਹੇ ਹਾਂ। ਹਰ ਬੰਦਾ 1000 ਰੁਪਏ ਕੰਟਰੀਬਿਊਟ ਕਰੂਗਾ, ਮੈਂਬਰਸ਼ਿਪ ਹੋਈ ਰਹੂਗੀ। ਦੱਸੋ ਜੀ।
ਤੁਸੀਂ ਕੀ ਕਹਿਣਾ ਜਨਾਬ ਇਹ 1 ਸਾਲ ਹੀ ਆਪਾਂ ਜਿਕਰਨੇ ਵੀ ਬੰਦੇ ਵਧੀਆ ਆ ਗਏ, ਅਗਲੀ ਵਾਰ ਤਾਂ ਖਾ ਹੀ ਨਹੀਂ ਉਹਨਾਂ ਨੇ ਸਾਰਿਆਂ ਨੇ, ਜਿਹੜੇ ਬੰਦੇ ਹੋਰ ਆ ਗਏ ਪਹਿਲੇ ਵੀ ਖਾਂਦੇ ਰਹੇ ਨੇ। ਇਸ ਤਰ੍ਹਾਂ ਹੈਗਾ ਹਾਂਜੀ। ਵੈਸੇ ਤਾਂ ਜੇ ਟਰਾਂਸਪੈਰੈਂਸੀ ਅਸਿਓਰ ਹੋ ਜੇ ਤਾਂ ਠੀਕ ਹੀ ਹੁੰਦਾ, ਪਰ ਕਈ ਵਾਰੀ ਥੋੜਾ ਜਿਹਾ ਹੋ ਜਾਂਦਾ ਕਿ ਜਿਹੜਾ 100% ਹਾਈਕ ਹੈ ਉਹ ਕਈ ਦਫਾ ਥੋੜੀ ਜਿਹੀ ਕੈਰੀ ਔਨ ਪਿੰਚ ਕਰ ਜਾਂਦੀ ਹੈ ਕਿ ਇਫ ਇਟ ਹੈਡ ਬੀਨ ਥੋੜਾ ਜਿਹਾ ਮਤਲਬ ਇਹ ਹੁੰਦੀ ਥੱਲੇ ਆ ਜਾਵੇ ਕਹਿੰਦਾ ਵੀ ਨਹੀਂ ਇਹ ਨਹੀਂ ਮੈਂ ਕਿਹਾ, ਮੇਰਾ ਮਤਲਬ ਜੇ ਹੁੰਦਾ ਤਾਂ ਅੱਛਾ ਸੀ, ਹੁਣ ਤਾਂ ਜੋ ਇਹ ਕਿਸੇ ਸਪੋਜ਼ ਹੁਣ 100% ਹਾਈਕ ਹੈ तो ये 50% हाइक हो जाती है ज़्यादा अच्छा होता, बस पीपल वुड हैव बीन मोर। चलो कहते जे थोड़े बनाते 50 होता तो कहते इतना नहीं महसूस होने। चलो देखो जब से मैंने देखा आपको दिखाया, फिर आगे आगे जैसे होगा ना फिर मैं आपको दिखाता रहूँगा, बताता रहूँगा। ये अब हमारा डिस्ट्रिक्ट कोर्ट, ये हमारे इंटेलेक्चुअल लोग, ये हम बुद्धिजीवी लोग, ये यहाँ पढ़े लिखे लोग, ये हमारे हिंदुस्तान का जुडिशरी, ये हैं जो जुडिशरी में अपने जाके काउंसलिंग करते हैं, जो डिबेट करते हैं, जो लोगों को समझाते हैं ऐसे नहीं ऐसे होगा, ऐसे नहीं ऐसे होगा, ऐसे केस लड़ो, ऐसे केस लड़ो, इसने ये किया था, उसने वो किया था। ये सब लोग जो वकील हैं, ये आज जो मैंने बातचीत की, ये आपको दिखाया कि थोड़ा सा पैसा बढ़ाया इनका मेंबरशिप का, उस पर ही कुछ लोग तिल मिला उठे। पहले भी मैंने एक आपको दिखाया था वकील साहब ने, जो वीडियो हमारी पहले पड़ी हुई है, और अब की बार फिर मैं दिखा रहा हूँ जिन लोगों से मैंने बातचीत की। और फिर कुछ होगा नया तो फिर मैं आपको दिखाऊंगा। थोड़ा मैं काम पर जा रहा हूँ, फिर आऊँगा वापस।